ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ, ਤੁਸੀਂ ਵੇਖ ਰਹੇ ਹੋ ਟੁਡੇ ਨਾਓ ਨਿਊਜ਼ ਤੇ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਇੱਕ ਵਾਰੀ ਫੇਰ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ। ਜੋ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਉਸ ਦੇ ਸਬੰਧ ਵਿੱਚ ਬਹੁਤ ਸੋਹਣਾ ਬਜਟ ਲੱਗ ਰਿਹਾ ਹੈ ਕਾਗਜ਼ਾਂ ਦੇ ਵਿੱਚ। ਜਿਵੇਂ ਕਿ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਤੇ ਔਰਤਾਂ ਵਾਸਤੇ ਸਫ਼ਰ ਜਿਹੜਾ ਬਿਲਕੁਲ ਫ੍ਰੀ ਹੋਵੇਗਾ ਪੂਰੇ ਪੰਜਾਬ ਦੇ ਵਿੱਚ। ਦੂਸਰੀ ਉਹਨਾਂ ਨੇ ਕਿਹਾ ਜੀ ਬੁਢਾਪਾ ਪੈਨਸ਼ਨ ਜਿਹੜੀ ਹੈ ਉਹ 750 ਤੋਂ ਵਧਾ ਕੇ 1500 ਰੁਪਏ ਕੀਤੀ ਜਾਵੇਗੀ। ਸ਼ਗਨ ਸਕੀਮ ਜਿਹੜੀ 21000 ਚੱਲ ਰਹੀ ਹੈ ਉਹਨੂੰ ਵਧਾ ਕੇ ਤੇ 51000 ਰੁਪਇਆ ਸ਼ਗਨ ਸਕੀਮ ਦਾ ਦਿੱਤਾ ਜਾਵੇਗਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਬਜਟ ਦੇ ਵਿੱਚ। ਮੇਨ ਜਿਹੜਾ ਮਜ਼ਦੂਰਾਂ ਦਾ ਕਰਜ਼ਾ ਮਾਫ, ਕਿਸਾਨਾਂ ਦਾ ਕਰਜ਼ਾ ਮਾਫ, ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਇਹ ਸਾਰੇ ਬਜਟ ਨੂੰ ਵੇਖਦਿਆਂ ਹੋਇਆ ਵੱਖ-ਵੱਖ ਪਾਰਟੀ ਦੇ ਨੁਮਾਇੰਦਿਆਂ ਵੱਲੋਂ, ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੱਖਰੇ ਬਿਆਨ ਆ ਰਹੇ ਨੇ। ਆਓ ਤੁਹਾਨੂੰ ਸੁਣਾਉਂਦੇ ਹਾਂ। ਸਭ ਤੋਂ ਪਹਿਲਾਂ ਦਸ਼ਮੇਸ਼ ਤਰਨਾ ਦਲ ਰੰਗਰੇਟਾ ਦਲ ਦੇ ਚੇਅਰਮੈਨ ਸਾਹਿਬ ਭਾਈ ਗੁਰਦਿਆਲ ਸਿੰਘ ਤਰਨਤਾਰਨ, ਉਹਨਾਂ ਤੋਂ ਸੁਣਦੇ ਹਾਂ ਕਿ ਉਹਨਾਂ ਦਾ ਇਸ ਬਜਟ ਬਾਰੇ ਕੀ ਕਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦਿਆਲ ਸਿੰਘ ਤਰਨਤਾਰਨ ਸਾਹਿਬ ਤੋਂ ਆਲ ਇੰਡੀਆ ਦਸ਼ਮੇਸ਼ ਫੌਜ ਰੰਗਰੇਟਾ ਦਲ ਚੇਅਰਮੈਨ। ਅੱਜ ਜੋ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਔਰ ਜੋ ਬਜਟ ਦੇ ਵਿੱਚ ਵਾਅਦੇ ਕੀਤੇ ਨੇ, ਆਓ ਉਹਨਾਂ ਤੇ ਇੱਕ ਝਾਤ ਮਾਰੀਏ ਕਿ ਗਰੀਬਾਂ ਦੇ ਨਾਲ ਫਿਰ ਇੱਕ ਕੋਝਾ ਮਜ਼ਾਕ ਕੀਤਾ ਗਿਆ ਹੈ। ਕਿਉਂਕਿ ਜਦੋਂ ਕੈਪਟਨ ਸਰਕਾਰ ਨੇ ਹੋਂਦ ਦੇ ਵਿੱਚ ਆਉਣਾ ਸੀ ਤਾਂ ਪੋਥੀ ਸਾਹਿਬ ਤੇ ਹੱਥ ਰੱਖ ਕੇ ਵਾਅਦਾ ਕੀਤਾ ਸੀ ਕਿ ਮੈਂ ਘਰ ਘਰ ਦੇ ਵਿੱਚ ਨੌਕਰੀ ਦੇਵਾਂਗਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ, ਪਰ ਕੀਤਾ ਕੱਖ ਨਹੀਂ। ਹੁਣ ਫਿਰ ਜਦੋਂ 2022 ਸਿਰ ਤੇ ਆ ਤੇ ਇਲੈਕਸ਼ਨ ਸਿਰ ਤੇ ਨੇ, ਤੇ ਹੁਣ ਫਿਰ ਇੱਕ ਗਰੀਬਾਂ ਦੇ ਨਾਲ ਬੜਾ ਇੱਕ ਕੋਝਾ ਜਿਹਾ ਮਜ਼ਾਕ ਕਰਨ ਵਾਲੀ ਗੱਲ ਕੀਤੀ ਗਈ ਹੈ ਕਿ ਜਿਹੜੀ ਸਗਨ ਸਕੀਮ ਹੈ 21000 ਤੋਂ ਵਧਾ ਕੇ 51000 ਕਰ ਦਿੱਤੀ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕੈਪਟਨ ਸਾਹਿਬ, ਗਰੀਬ ਬੰਦਾ ਜਿਹੜਾ ਹੈ ਉਹ ਆਪਣੀ ਬੇਟੀ ਦਾ ਵਿਆਹ ਕਰ ਲੈਂਦਾ ਹੈ ਕਿ ਪੈਸੇ ਚੁੱਕ ਚੁਕਾ ਕੇ ਕਿ ਸਰਕਾਰ ਵੱਲੋਂ 21000 ਦਾ ਜਿਹੜੀ ਸਗਨ ਸਕੀਮ ਉਹ ਮਿਲਣੀ ਹੈ। ਪਰ ਉਸ ਬੇਟੀ ਦੇ ਘਰ ਬੱਚੇ ਵੀ ਹੋ ਜਾਂਦੇ ਨੇ ਤੇ ਉਸ ਬੇਟੀ ਦਾ ਜਿਹੜਾ ਪਿਤਾ ਹੈ ਉਹ ਦਫ਼ਤਰ ਦੇ ਚੱਕਰ ਕੱਢ ਕੇ ਥੱਕ ਜਾਂਦਾ ਹੈ ਤੇ ਉਹਨੂੰ ਉਹ ਸਗਨ ਸਕੀਮ ਨਹੀਂ ਮਿਲਦੀ। ਔਰ ਜਿਹੜੀ ਇਹ ਤੁਸੀਂ 51000 ਕਰ ਦਿੱਤੀ ਹੈ, ਇਹ ਵੀ ਉਸੇ ਤਰ੍ਹਾਂ ਹੀ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਣੀ ਹੈ, ਗਰੀਬ ਤੱਕ ਨਹੀਂ ਪਹੁੰਚਣੀ ਜਾਂ ਵੱਡੇ ਮਗਰਮੱਛਾਂ ਨੇ ਖਾ ਜਾਣੀ ਹੈ। ਔਰ ਉਸ ਤੋਂ ਬਾਅਦ ਜੋ ਤੁਸੀਂ ਔਰਤਾਂ ਦੇ ਵਾਸਤੇ ਇੱਕ ਸਕੀਮ ਲੈ ਕੇ ਆਏ ਜੋ ਕਿ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਵਾਸਤੇ ਕਿਰਾਇਆ ਬਿਲਕੁਲ ਔਰਤਾਂ ਨੂੰ ਮਾਫ ਹੈ। ਪਹਿਲੀ ਗੱਲ ਹੈ, ਤੁਹਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ ਰੋਡ ਤੇ, ਠੀਕ ਹੈ ਜੀ। ਔਰ ਪੰਜਾਬ ਰੋਡਵੇਜ਼ ਦੇ ਵਿੱਚ ਕੋਈ ਚੜ ਕੇ ਖੁਸ਼ ਨਹੀਂ ਹੈਗਾ। ਤੁਸੀਂ ਉਹਨਾਂ ਦੀ ਕਿਰਾਇਆ ਬਿਲਕੁਲ ਮਾਫ ਕਰਨ ਦੀ ਬਜਾਏ ਜੇਕਰ ਦੂਜੀਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਤੇ ਥੋੜੀ ਜਿਹੀ ਲਗਾਮ ਲਾਉਂਦੇ, ਉਹਨਾਂ ਦਾ ਕਿਰਾਇਆ ਘਟਾਉਂਦੇ, ਤਾਂ ਫਿਰ ਵੀ ਗਰੀਬ ਬੰਦੇ ਨੂੰ ਜਾਂ ਸਾਰੇ ਵਰਗ ਨੂੰ ਉਹਦਾ ਫਾਇਦਾ ਹੋ ਜਾਂਦਾ। ਔਰ ਉਸ ਤੋਂ ਬਾਅਦ ਜੋ ਤੁਸੀਂ ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀ ਏ, ਉਹ ਵੀ ਇੱਕ ਗਰੀਬ ਦੇ ਨਾਲ ਮਜ਼ਾਕ ਹੈ। ਜਿਹੜੀ 750 ਰੁਪਈਆ ਸੀ ਉਹ ਵੀ ਨਹੀਂ ਮਿਲਦੀ। ਬਜ਼ੁਰਗ ਬੰਦੇ ਬੈਂਕ ਦੇ ਗੇੜੇ ਲਾ ਕੇ ਥੱਕ ਜਾਂਦੇ ਨੇ। ਅੱਜ 2-3 ਮਹੀਨੇ ਹੋ ਗਏ ਨੇ, ਅਜੇ ਤੱਕ ਪੈਨਸ਼ਨ ਨਹੀਂ ਮਿਲੀ। ਤੇ ਇਹ ਜਿਹੜੀ ਤੁਸੀਂ 1500 ਰੁਪਇਆ ਕਰ ਦਿੱਤੀ ਹੈ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਮਹੀਨੇ ਦੇ ਵਿੱਚ, ਕੈਪਟਨ ਸਾਹਿਬ ਜੀ, ਤੁਸੀਂ ਮਹੀਨੇ ਦੇ ਵਿੱਚ 1500 ਚ ਗੁਜ਼ਾਰਾ ਕਰਨਾ ਹੈ, ਤੁਹਾਡਾ ਹੋ ਜਾਏਗਾ? ਮੈਂ ਕਹਿੰਦਾ ਹੈ ਘੱਟੋ ਘੱਟ 5000 ਰੁਪਇਆ ਜਿਹੜੀ ਇਹ ਬੁਢਾਪਾ ਪੈਨਸ਼ਨ ਹੋਣੀ ਚਾਹੀਦੀ ਹੈ। ਇਹ 1500 ਰੁਪਇਆ ਜਿਹੜੀ ਤੁਸੀਂ ਕੀਤੀ ਹੈ, ਇਹਦੇ ਨਾਲ ਕੀ ਹੋਵੇਗਾ? ਇਹ ਤਾਂ ਇੱਕ ਗਰੀਬ ਬੰਦੇ ਇਹਦੇ ਨਾਲ ਮਜ਼ਾਕ ਕਰਨ ਵਾਲੀ ਗੱਲ ਹੈ। ਸੋ ਇਹ ਜਿਹੜਾ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਿਹੜਾ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ,
ਇਹ ਇੱਕ ਮੂਰਖ ਬਣਾਉਣ ਵਾਲੀ ਖੇਡ ਹੈ, ਕਿਉਂਕਿ 2022 ਜਿਹੜਾ ਹੈ ਉਹ ਸਿਰ ਤੇ ਆ, ਤੇ ਇਸ ਕਰਕੇ ਇਹਨਾਂ ਨੇ ਇਹ ਚੀਜ਼ ਜਿਹੜੀ ਹੈ ਇਹ ਕੀਤੀ ਹੈ। ਸੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ ਜਾਂ ਕੋਈ ਵੀ ਲਾਰਾ ਲਾਉਂਦੇ ਨੇ, ਇਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦਾ ਹੈ, ਇਹਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ। ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਅਕਾਲੀ ਸਰਕਾਰ ਹੈ, ਚਾਹੇ ਕਾਂਗਰਸ ਸਰਕਾਰ ਹੈ, ਜਿਹੜੀ ਮਰਜ਼ੀ ਸਰਕਾਰ ਹੈ, ਇਹ ਸਿਰਫ ਵੋਟਾਂ ਲੈਣ ਦੀ ਖਾਤਰ ਇਹ ਵਾਅਦੇ ਕਰਦੇ ਨੇ ਔਰ ਲੋਕਾਂ ਗਰੀਬ ਸਮਾਜ ਨੂੰ ਇਹ ਭਰਮਾਉਂਦੇ ਨੇ। ਸੋ ਦੱਸਦੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰੇ ਦਰਸ਼ਕੋ, ਇੱਕ ਨੌਜਵਾਨ ਹਰ ਮੁੱਦੇ ਤੇ ਬੋਲਦਾ ਹੈ। ਜਸਬੀਰ ਸਿੰਘ ਤਰਨਤਾਰਨ ਹਰ ਮੁੱਦੇ ਤੇ ਉਹ ਆਪਣੀ ਆਵਾਜ਼ ਚੁੱਕਦਾ ਹੈ, ਭਾਵੇਂ ਉਹ ਕਿਸੇ ਗਰੀਬ ਮਜ਼ਲੂਮ ਦੀ ਆਵਾਜ਼ ਹੋਵੇ, ਭਾਵੇਂ ਉਹ ਸਰਕਾਰ ਦੇ ਵਿਰੁੱਧ ਬੋਲਣਾ ਹੋਵੇ। ਜਸਬੀਰ ਸਿੰਘ ਤਰਨਤਾਰਨ, ਉਹਨਾਂ ਦਾ ਵੀ ਇਸ ਬਜਟ ਤੇ ਰਿਐਕਸ਼ਨ ਆਇਆ। ਕੀ ਕਹਿਣਾ ਸੀ ਉਹਨਾਂ ਦਾ? ਮਨਪ੍ਰੀਤ ਬਾਦਲ ਨੂੰ ਸਿੱਧਾ ਚੈਲੰਜ ਕੀਤਾ। ਤੋ ਆਓ ਸੁਣਦੇ ਉਹਨਾਂ ਦਾ ਕੀ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਮੈਂ ਜਸਬੀਰ ਸਿੰਘ ਤਰਨਤਾਰਨ, ਪਿੰਡ ਕਦਗਿੱਲ, ਜੋ ਕਿ ਸਮਾਜ ਦੇ ਉੱਤੇ ਜਿਹੜਾ ਅਤਿਆਚਾਰ ਕਰਦੇ, ਜਿਹੜੇ ਲੋਕ ਮੰਦੇ ਭੱਦੇ ਸ਼ਬਦ ਬੋਲਦੇ, ਮੈਂ ਅਕਸਰ ਹੀ ਉਹਨਾਂ ਦੇ ਉੱਤੇ ਬੋਲਦਾ ਰਹਿਣਾ ਹਾਂ। ਅੱਜ ਮੈਂ ਬੋਲਾਂਗਾ ਜਿਹੜਾ ਕੱਲ ਦਾ ਬਜਟ ਪੇਸ਼ ਹੋਇਆ ਵਾ, ਉੱਤੇ ਕੁਝ ਵਿਚਾਰ ਰੱਖਾਂਗਾ। ਪਹਿਲੀ ਗੱਲ ਤੇ ਇਹ ਆ, ਮੈਂ ਮਨਪ੍ਰੀਤ ਜੀ ਨੂੰ ਪੁੱਛਣਾ ਚਾਹਣਾ ਵਾ ਕਿ ਤੁਸੀਂ ਕਿਹਾ ਵਾ ਅੱਜ ਹੁਣ ਆਸ ਵਾਲੇ ਬਜਟ ਦੇ ਵਿੱਚ ਪਤਾ ਕੀ ਹੋਇਆ ਵਾ ਕਿ ਜਿਹੜੀਆਂ ਔਰਤਾਂ ਵਾ ਉਹਨਾਂ ਦਾ ਸਫ਼ਰ ਜਿਹੜਾ ਬਿਲਕੁਲ ਫ੍ਰੀ ਆ। ਮੈਂ ਬੇਨਤੀ ਕਰਦਾ ਵਾਂ ਕਿ ਇਹ ਸਫ਼ਰ ਫ੍ਰੀ ਤੁਹਾਨੂੰ ਉਦੋਂ ਕਰਨਾ ਚਾਹੀਦਾ ਸੀ ਜਦੋਂ ਤੁਹਾਡੀ ਸਰਕਾਰ ਬਣੀ ਸੀ। ਹੁਣ ਲੱਖਾਂ ਰੁਪਈਆ ਕਮਾ ਕੇ ਤੁਹਾਡੇ ਖਜ਼ਾਨੇ ਫੇਰ ਵੀ ਖਾਲੀ ਸੀ। ਅੱਜ ਐਡੀ ਛੇਤੀ ਕਿੱਥੋਂ ਤੁਸੀਂ ਦਿਆਲ ਹੋ ਗਏ? ਅੱਜ ਖਜ਼ਾਨੇ ਐਡੀ ਛੇਤੀ ਕਿੱਥੋਂ ਭਰ ਗਏ? ਅੱਜ ਸਰਕਾਰ ਨੇ ਐਡੇ ਵੱਡੇ ਐਲਾਨ ਕੀਤੇ ਆ ਵੀ ਜਨਾਨੀਆਂ ਦਾ ਕਿਰਾਇਆ ਫ੍ਰੀ ਹੋਊਗਾ। ਪਹਿਲਾਂ ਤੁਸੀਂ ਸੁੱਤੇ ਸੀ, ਅਰਵਿੰਦਰ ਕੇਜਰੀਵਾਲ ਨੇ ਸਰਕਾਰ ਬੰਦ ਤੋਂ ਬਾਅਦ ਠੀਕ 1 ਸਾਲ ਬਾਅਦ ਇਹ ਸਾਰਾ ਕੁਝ ਲੋਡ ਕਰਤਾ ਸੀ। ਤੁਹਾਡੀ ਸਰਕਾਰ ਜਾਣ ਵਾਲੀ ਆ, ਤੁਸੀਂ ਠੀਕ 1 ਸਾਲ ਪਹਿਲਾਂ ਇਹ ਚੀਜ਼ਾਂ ਲੋਡ ਕਰਤੀਆਂ। ਜੋ ਤੁਹਾਡੀ ਸਰਕਾਰ ਜਾਊਗੀ ਹੁਣ, ਕਿਉਂਕਿ ਲੋਕਾਂ ਨੂੰ ਬਹੁਤ ਸਤਾਇਆ ਹੈ ਤੁਸੀਂ। ਉਸ ਤੋਂ ਬਾਅਦ ਬਜ਼ੁਰਗਾਂ ਦੀ ਪੈਨਸ਼ਨ, ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਸੀ 750 ਰੁਪਈਆ ਤੋਂ ਸਿੱਧੀ 1500 ਰੁਪਈਆ ਕੀਤੀ ਗਈ ਆ। ਮੈਂ ਬੇਨਤੀ ਕਰਦਾ ਵਾਂ ਕਿ ਜਦੋਂ ਤੁਹਾਡੀ ਸਰਕਾਰ ਬਣੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਗੱਲ ਕਹੀ ਸੀ ਵੀ ਮੇਰੀ ਸਰਕਾਰ ਬਣਦਿਆਂ ਸਾਰੀ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਆ ਉਹ 2100 ਰੁਪਈਆ ਹੋ ਜੂਗੀ, ਤੇ 2100 ਤੇ ਨਹੀਂ ਹੋਈ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ 500 ਰੁਪਈਆ ਪੈਨਸ਼ਨ ਦਿੰਦੇ ਸੀ, ਤੁਸੀਂ 750 ਕਰਤੀ, ਤੇ ਹੁਣ ਤੁਸੀਂ 1500 ਰੁਪਈਆ ਕਰਤੀ। 2100 ਰੁਪਈਆ ਦਾ ਤੁਹਾਡੀ ਸਰਕਾਰ ਚਲੀ ਜਾਣੀ ਤਾਂ ਵੀ ਨਹੀਂ ਤੁਸੀਂ ਕਰਨੀ। ਉਸ ਤੋਂ ਬਾਅਦ ਜਿਹੜੇ ਗਰੀਬਾਂ ਦੇ ਤੁਸੀਂ ਕਹਿੰਦੇ ਜੋ ਖੇਤ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕਰਨੇ ਆ। ਪਹਿਲੀ ਗੱਲ ਤੇ ਇਹ ਆ, ਸਾਨੂੰ ਖੇਤ ਮਜ਼ਦੂਰਾਂ ਨੂੰ ਕੋਈ ਕਰਜ਼ਾ ਦਿੰਦਾ ਹੀ ਨਹੀਂ। ਜੇ ਅਸੀਂ 10-10 ਚੱਕਰ ਮਾਰ ਕੇ ਬੈਂਕਾਂ ਦੇ ਵਿੱਚ ਜਾਂਦੇ ਵੀ ਆ ਤੇ ਸਾਨੂੰ ਗਵਾਹੀਆਂ ਮੰਗਦੇ ਆ ਸਾਡੇ ਕੋਲ, ਸਾਨੂੰ ਕੋਈ ਕਰਜ਼ੇ ਦਿੰਦਾ ਹੀ ਨਹੀਂ। ਤੇ ਦੂਜੀ ਗੱਲ ਇਹ ਆ ਵੀ ਅਜੇ ਤੱਕ ਤੁਸੀਂ ਕੋਈ ਕਰਜ਼ਾ ਮਾਫ ਕੀਤਾ ਹੀ ਨਹੀਂ। ਸਿਰਫ ਕਰਜ਼ੇ ਮਾਫ ਤੇ ਕਿਸਾਨਾਂ ਦੇ ਹੋਏ ਆ, ਉਹ ਵੀ ਪੂਰੇ ਨਹੀਂ ਹੋਏ। ਵਿਚਾਰੇ ਢਾਡੇ ਤੋਂ ਦੁਖੀ ਵੇਖੋ ਦਿੱਲੀ ਜਾ ਕੇ ਬੈਠੇ ਆ। ਤੁਸੀਂ ਇਹਨਾਂ ਬੰਦਿਆਂ ਦੇ ਨਾਲ ਧਰੋਹ ਕੀਤਾ ਵਾ, ਤੇ ਇਹ ਜਨਤਾ ਤੁਹਾਨੂੰ ਦੱਸੂਗੀ, ਆਉਣ ਵਾਲੇ ਸਮੇਂ ਦੇ ਵਿੱਚ। ਤੀਜੀ ਗੱਲ ਇਹ ਆ ਕਿ ਤੁਸੀਂ ਕਹਿੰਦੇ ਜੇ ਸਗਨ ਸਕੀਮ ਜਿਹੜੀ 21000 ਰੁਪਏ ਤੋਂ 51000 ਰੁਪਇਆ ਕੀਤੀ ਜਾਊਗੀ। ਮਨਪ੍ਰੀਤ ਬਾਦਲ ਜੀ, ਮੈਂ ਬੇਨਤੀ ਕਰਦਾ ਵਾਂ, ਮੇਰੀ ਗੱਲ ਦਾ ਯਾਰਾ ਗੌਰ ਕਰਿਓ। ਮੈਨੂੰ ਇਹ ਦੱਸਿਓ ਕਿ 21000 ਰੁਪਇਆ ਸਗਨ ਸਕੀਮ ਕਿਸ ਧੀ ਨੂੰ ਮਿਲੀ ਆ? ਜਿਸ ਧੀ ਨੂੰ ਮਿਲੀ ਆ ਉਹ ਧੀ ਨੂੰ ਦੱਸਿਓ ਜ਼ਰੂਰ ਵੀ ਇਹਨਾਂ ਪਿੰਡਾਂ ਦੇ ਵਿੱਚ ਮਿਲੀ ਆ। ਮੇਰੇ ਪਿੰਡ ਤੇ ਕਿਸੇ ਨੂੰ ਮਿਲੀ ਨਹੀਂ ਆ। ਮੇਰੇ ਪਿੰਡ ਤੇ ਪਹਿਲਾਂ 15000 ਰੁਪਇਆ ਸੁਖਬੀਰ ਬਾਦਲ ਜੀ ਦੇ ਟਾਈਮ ਤੇ ਮਿਲਦਾ ਸੀ, ਤੇ ਉਹ ਵੀ ਘਰ ਵਾਲਿਆਂ ਨੂੰ 7500 ਰੁਪਇਆ ਦਿੰਦੇ ਸੀ। 7500 ਰੁਪਇਆ ਪਤਾ ਹੀ ਨਹੀਂ ਕਿੱਥੇ ਲੈ ਜਾਂਦੇ ਸੀ। ਉਸ ਤੋਂ ਬਾਅਦ ਅੱਜ ਤੁਸੀਂ 15000 ਤੋਂ 21000 ਕੀਤੀ। 21000 ਤੇ ਕਿਸੇ ਨੂੰ ਮਿਲੀ ਨਹੀਂ, ਤੇ 51000 ਦੀ ਕੌਣ ਆਸ ਕਰੂਗਾ? 51000 ਰੁਪਇਆ ਤੇ ਮਿਲਣਾ ਹੀ ਨਹੀਂ ਕਿਸੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੋਸਤੋ, ਇਸ ਵਿਚਾਲੇ ਆਮ ਆਦਮੀ ਪਾਰਟੀ ਦਾ ਇਸ ਬਜਟ ਬਾਰੇ ਕੀ ਕਹਿਣਾ ਹੈ? ਬਲਜੀਤ ਸਿੰਘ ਖਹਿਰਾ ਖੇਮਕਰਨ ਤੋਂ ਸਾਡੇ ਨਾਲ ਜੁੜ ਰਹੇ ਨੇ। ਆਓ ਸੁਣਦੇ ਹਾਂ ਕਿ ਉਹਨਾਂ ਦਾ ਇਸ ਬਜਟ ਤੇ ਕੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜੀਤ ਸਿੰਘ ਖਹਿਰਾ ਖੇਮਕਰਨ, ਜੁਆਇੰਟ ਸੂਬਾ ਸਕੱਤਰ ਪੰਜਾਬ, ਆਮ ਆਦਮੀ ਪਾਰਟੀ। ਦੋਸਤੋ, ਅੱਜ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਬਜਟ ਦੀ, ਜਿਹੜਾ ਬਜਟ ਅੱਜ ਪੇਸ਼ ਕੀਤਾ ਗਿਆ ਹੈ। ਸੋ ਜਿਸ ਤਰ੍ਹਾਂ ਝੂਠ ਬੋਲ ਕੇ ਸਰਕਾਰ ਪੰਜਾਬ ਦੇ ਵਿੱਚ ਆਈ ਸੀ, ਉਸੇ ਤਰ੍ਹਾਂ ਹੀ ਅੱਜ ਤੱਕ ਝੂਠ ਬੋਲਦੀ ਰਹੀ ਹੈ। ਸੋ ਕਿਸਾਨਾਂ ਦੇ ਨਾਲ ਹਮਦਰਦੀ ਨਹੀਂ ਜਤਾ ਸਕੀ। ਜਿੱਥੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਸਾਰੇ ਕਰਜ਼ ਮਾਫ ਕਰਨ ਦਾ, ਚਾਹੇ ਉਹ ਆੜ੍ਹਤੀਆਂ ਤੱਕ ਦਾ ਹੋਵੇ।
ਸੋ ਉੱਥੇ 90,000 ਕਰੋੜ ਦਾ ਵਾਅਦਾ ਲੈ ਕੇ ਤੇ ਅੱਜ 1712 ਕਰੋੜ ਰੁਪਈਆ ਜਿਹੜਾ ਰੱਖਿਆ ਕਿਸਾਨਾਂ ਵਾਸਤੇ, ਉਹ ਵੀ ਆਪਣੇ ਚਹੇਤੇ ਕਿਸਾਨਾਂ ਦੇ ਹਿੱਸੇ ਆਊਗਾ। ਆਮ ਕਿਸਾਨ ਦਾ ਜਿਹੜਾ ਉਹ ਬਿਲਕੁਲ 0% ਕਰ ਜਿਹੜਾ ਮਾਫ ਹੈ, ਉਹ ਨਹੀਂ ਹੋਵੇਗਾ। ਇੱਥੇ ਵੀ ਸਰਕਾਰ ਫੇਲ ਹੋਈ ਹੈ। ਔਰ ਜਿਹੜਾ ਦੂਸਰਾ ਪੈਨਸ਼ਨ ਬਜ਼ੁਰਗਾਂ ਦੀ 750 ਤੋਂ 1500 ਕੀਤੀ ਹੈ, ਉਹ ਵਾਅਦਾ ਹੈਗਾ ਸੀ 2500 ਦਾ। ਸੋ ਉੱਥੋਂ ਵੀ ਸਰਕਾਰ ਪਿੱਛੇ ਆਈ ਹੈ। ਪਰ ਆਖਰੀ ਸਾਲ ਦੇ ਵਿੱਚ, ਪਿਛਲੇ ਸਾਲਾਂ 'ਚ 1500 ਮਹੀਨਿਆਂ 'ਚ ਕਿਉਂ ਨਹੀਂ ਦਿੱਤਾ ਗਿਆ? ਸੋ ਆਖਰੀ ਸਾਲ ਦੇ ਵਿੱਚ 1500 ਕਿਹਾ ਹੈ, ਪਰ ਇਹ ਵੀ ਲੱਗਦਾ ਮਿਲਣਾ ਨਹੀਂ, ਕਿਉਂਕਿ 750 ਵਾਸਤੇ ਵੀ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਜਿਹੜੀਆਂ ਨੇ ਉਹ ਬੈਂਕ ਦੇ ਚੱਕਰ ਲਾਉਂਦੀਆਂ ਰਹੀਆਂ ਨੇ, ਤੇ ਬੈਂਕ ਵਾਲੇ ਕਹਿੰਦੇ ਕਿ ਤੁਹਾਡੀ ਇਸ ਮਹੀਨੇ ਦੀ ਜਿਹੜੀ ਪੈਨਸ਼ਨ ਨਹੀਂ ਆਈ। ਸੋ ਜੇ 2 ਮਹੀਨਿਆਂ ਬਾਅਦ 1500 ਆਇਆ ਤਾਂ ਉੱਥੇ ਫਿਰ 750 ਰਹਿ ਜਾਵੇਗਾ। ਸੋ ਇਸ ਵਾਸਤੇ ਇੱਥੇ ਵੀ ਸਰਕਾਰ ਜਿਹੜੀ ਹੈ ਉਹ ਆਪਣੀ ਖਰੀ ਨਹੀਂ ਉਤਰੀ। ਔਰ ਜਿਹੜੀਆਂ ਸਾਡੀਆਂ ਵਿਆਹਾਂ ਦਾ, ਸ਼ਾਦੀ ਦੇ ਵਿੱਚ ਧੀ ਦਾ 21,000 ਰੁਪਈਆ ਸ਼ਗਨ ਸਕੀਮ ਸੀ, ਉਹ ਹੁਣ 51,000 ਕਰ ਦਿੱਤੀ ਗਈ ਆਸ਼ੀਰਵਾਦ ਸਕੀਮ। ਸੋ 1,000 ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਕਿਉਂਕਿ 21,000 ਵਾਸਤੇ ਵੀ ਬੜੇ ਜ਼ਿਆਦਾ ਫਾਈਲਾਂ ਭਰਨੀਆਂ ਪੈਂਦੀਆਂ ਸੀ, ਔਰ ਧੀ ਦਾ ਵਿਆਹ ਹੋ ਜਾਂਦਾ ਸੀ, ਉਸ ਤੋਂ ਬਾਅਦ ਧੀ ਦੇ ਬੱਚੇ ਸਕੂਲ ਜਾਣ ਲੱਗ ਜਾਂਦੇ ਸੀ, ਤੇ ਫਿਰ ਜਾ ਕੇ ਕਿਤੇ ਮਿਲਦਾ ਸੀ, ਕਿਸੇ ਨੂੰ ਨਹੀਂ ਮਿਲਦਾ ਸੀ। ਸੋ 51,000 ਰੁਪਈਆ ਵੀ ਕੋਈ ਪੱਕਾ ਨਹੀਂ ਕੀਤਾ ਜਿਹੜਾ ਵਿਆਹ ਤੋਂ ਪਹਿਲਾਂ ਮਿਲੇ, ਇਹ ਚੀਜ਼ ਲਾਜ਼ਮੀ ਕਰਨੀ ਸੀ। ਸੋ ਇਸ ਵਾਸਤੇ ਘਰ ਘਰ ਨੌਕਰੀ ਦਾ ਵਾਅਦਾ, ਉੱਥੋਂ ਸਰਕਾਰ ਮੁੱਕਰ ਗਈ ਹੈ। ਸੋ ਲੋੜਵੰਦਾਂ ਨੂੰ ਘਰ ਦੇਣ ਦਾ ਵਾਅਦਾ, ਉੱਥੋਂ ਸਰਕਾਰ ਮੁੱਕਰ ਗਈ ਹੈ। ਸੋ 5 ਰੁਪਏ ਬਿਜਲੀ ਯੂਨਿਟ, ਉੱਥੋਂ ਸਰਕਾਰ ਮੁੱਕਰ ਗਈ ਹੈ। ਸੋ ਸਾਰੇ ਵਾਅਦੇ ਤੋਂ ਮੁੱਕਰੀ ਹੈ। ਕੁੱਲ ਮਿਲਾ ਕੇ ਜਿਹੜਾ ਇਹ ਬਜਟ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈ ਨਿਰਾਸ਼ਾਜਨਕ ਹੈ, ਔਰ ਆਮ ਆਦਮੀ ਪਾਰਟੀ ਇਸ ਤੇ ਨਿਰਾਸ਼ਾ ਜ਼ਾਹਿਰ ਕਰਦੀ ਪਈ ਹੈ। ਸੋ ਆਮ ਆਦਮੀ ਪਾਰਟੀ ਸਰਕਾਰ ਜੋ 2022 ਦੇ ਵਿੱਚ ਆਵੇਗੀ, ਉਦੋਂ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਸੁੱਖ ਸਹੂਲਤ ਦਿੱਤੀ ਜਾਵੇਗੀ। ਇਹਨਾਂ ਕੁਝ ਕਹਿੰਦਾ ਖਿਮਾ ਜੈ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੁਣ ਰਹੇ ਹੋ, ਇਸੇ ਤਰ੍ਹਾਂ ਹੀ ਬਹੁਜਨ ਸਮਾਜ ਪਾਰਟੀ ਦਾ ਵੀ ਇਸ ਬਜਟ ਤੇ ਰਿਐਕਸ਼ਨ ਆਇਆ। ਆਓ ਸੁਣਦੇ ਹਾਂ ਵੀਰ ਹਰਜਿੰਦਰ ਸਿੰਘ ਡੱਲ ਤੋਂ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ। ਆਓ ਉਹਨਾਂ ਦਾ ਇਸ ਬਜਟ ਤੇ ਕੀ ਕਹਿਣਾ ਸੀ, ਸੁਣ ਕੇ ਜਰਾ। ਹਾਂਜੀ ਪ੍ਰਧਾਨ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਰਜਿੰਦਰ ਸਿੰਘ ਸੋਨੂ ਡੱਲ ਜੀ। ਠੀਕ ਹੈ ਜੀ। ਆ ਜਿਹੜਾ ਅੱਜ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ, ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਜਿਹੜਾ ਅੱਜ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਆ, ਉਹ ਇੱਕ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਆ। 4 ਸਾਲ ਤੋਂ ਜੋ ਚੋਣਾਂ ਦੇ ਦੌਰਾਨ ਸਭ ਤੋਂ ਪਹਿਲਾਂ ਚੋਣਾਂ ਹੋਣੀਆਂ ਸੀ, ਉਹਦੇ ਵਿੱਚ ਝੂਠੇ ਵਾਅਦੇ ਲੋਕਾਂ ਦੇ ਕੀਤੇ। ਨਸ਼ਾ ਖਤਮ ਕਰ ਦੂੰ, 2500 ਨੌਕਰੀਆਂ ਘਰ ਘਰ ਪਹੁੰਚਾ ਦਾਂਗੇ, ਮੋਬਾਈਲ ਸਮਾਰਟਫੋਨ ਦੇ ਦਾਂਗੇ, ਉਹ ਕਰ ਦਾਂਗੇ, ਇਹ ਕਰਦਾ, ਤੇ ਕੀਤਾ ਕੱਖ ਵੀ ਨਹੀਂ ਆ। ਹੁਣ ਜਿਹੜਾ ਇਹ ਬਜਟ ਪੇਸ਼ ਕੀਤਾ ਹੈ, ਮੇਰੇ ਤੇ ਇਹੋ ਵਿਚਾਰ ਆ ਵੀ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਹੈ ਜੀ। ਠੀਕ ਹੈ ਜੀ। ਤੇ ਆ ਦੂਸਰਾ ਜਿਹੜਾ ਬੁਢਾਪਾ ਪੈਨਸ਼ਨ 750 ਤੋਂ 1500 ਰੁਪਏ ਕਰ ਦਿੱਤੀ ਗਈ ਆ, ਬੁਢਾਪਾ ਇਸ ਦੇ ਪੈਨਸ਼ਨ ਬਾਰੇ? ਵੇਖੋ ਜੀ, 750 1500 ਕਰ ਦਿੱਤੀ ਆ, ਪਰ ਮਿਲਣੀ ਕਿਸੇ ਨੂੰ ਨਹੀਂ ਆ। ਕਿਉਂਕਿ ਆ ਜਿਹੜਾ 750 ਇਹ ਬਜ਼ੁਰਗ ਸਾਡੇ ਆ 3-4 ਮਹੀਨੇ ਹੋ ਗਏ ਤਰਲੇ ਲੈਂਦੇ ਨੂੰ, ਕਿਸੇ ਨੂੰ ਪੈਨਸ਼ਨ ਨਹੀਂ ਮਿਲੀ। ਕਿਸੇ ਗਰੀਬ ਬਜ਼ੁਰਗ ਨੂੰ ਪੈਨਸ਼ਨ ਪਤਾ ਨਹੀਂ ਕਿਸ ਤਰ੍ਹਾਂ ਵਿਚਾਰਾਂ ਨੇ ਟਾਈਮ ਪਾਸ ਕੀਤਾ ਆਪਣਾ। ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਆ। ਤੇ ਤੀਸਰਾ ਜਿਹੜਾ 21,000 ਤੋਂ 51,000 ਰੁਪਏ ਸ਼ਗਨ ਸਕੀਮ ਕਰ ਦਿੱਤੀ ਗਈ ਆ। ਇਹਦਾ ਵੇਖੀਏ ਤੇ 21,000 ਤੋਂ 51,000 ਕਰ ਤੇ ਦਿੱਤੀ ਆ। ਪਹਿਲੀ ਤੇ ਗੱਲ ਆ ਵੀ ਕਈ ਗਰੀਬਾਂ ਤੋਂ ਵਿਚਾਰਿਆਂ ਤੋਂ ਫਾਰਮ ਹੀ ਨਹੀਂ ਭਰੇ ਨੇ, ਫਾਰਮੈਲਿਟੀ ਨਹੀਂ ਪੂਰੀ ਹੁੰਦੀ, ਤੇ ਕਿੰਨਾ ਸਾਲਾਂ ਬੱਧੀ ਲੰਘ ਜਾਂਦਾ ਟਾਈਮ। ਕਈਆਂ ਨੂੰ ਤੇ ਉੱਕਾ ਮਿਲ ਜਾਂਦੇ ਨੇ, ਕਾਗਜ਼ ਰੱਦੀ ਹੋ ਜਾਂਦੇ ਆ। ਤੇ ਸਭ ਸਟੰਟ ਹੀ ਪੰਜਾਬ ਗਵਰਨਮੈਂਟ ਨੇ ਕੀਤਾ ਆ। ਕੈਪਟਨ ਸਾਹਿਬ ਨੇ ਹੁਣ ਸਟੰਟ ਖੇਡਣਾ, ਗੱਲ ਕਾਹਦੀ ਆ? ਦੇਣਾ ਕੱਖ ਨਹੀਂ ਕਿਸੇ ਨੂੰ ਵੀ, ਦੇਣਾ ਲੈਣਾ ਬਸ। ਲੋਕ ਹੁਣ ਅੱਗੇ ਮੂਰਖ ਬਣਾ ਲੈਂਦੀਆਂ ਸੀ ਇਹ ਸਰਕਾਰਾਂ। ਹੁਣ ਸਰਕਾਰਾਂ ਲੋਕਾਂ ਨੂੰ ਮੂਰਖ ਨਾ ਸਮਝੇ ਤੇ ਨਾ ਲੋਕਾਂ ਨੇ ਬਣਨਾ ਹੀ ਹੈ ਜੀ। ਬਸ, ਧੰਨਵਾਦ ਜੀ। ਸੋ ਦੋਸਤੋ, ਤੁਸੀਂ ਦੇਖ ਰਹੇ ਹੋ ਕਿ ਟੁਡੇ ਨਾਓ ਨਿਊਜ਼ ਚੈਨਲ ਜਿਹੜਾ ਹੈ ਉਹ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕਰਦਾ। ਬਿਲਕੁਲ ਸਟੀਕ ਤੇ ਨਿਸ਼ਪਕਸ਼ ਖਬਰ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਔਰ ਕਾਂਗਰਸ ਪਾਰਟੀ ਦਾਅਵਾ ਕਰ ਰਹੀ ਹੈ ਕਿ ਇਹ ਬਜਟ ਜਿਹੜਾ ਬਹੁਤ ਹੀ ਵਧੀਆ ਹੈ। ਵਿਰੋਧੀ ਧਿਰਾਂ ਸਵਾਲ ਚੁੱਕਦੀਆਂ ਰਹਿੰਦੀਆਂ ਨੇ। ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਬਜਟ ਜਿਹੜਾ ਵਾ ਇਹ ਕਿਵੇਂ ਲੋਕ ਇਸ ਦਾ ਲਾਭ ਲੈ ਸਕਦੇ ਨੇ। ਜੁੜੇ ਰਹੋ ਜ਼ੀਰੋ ਗਰਾਊਂਡ ਤੋਂ ਟੁਡੇ ਨਾਓ ਨਿਊਜ਼ ਤਰਨਤਾਰਨ। ਧੰਨਵਾਦ।